ਕਮਾਲ ਹੈ ਵੀ ਕੱਲਾ ਮਿਸਤਰੀ ਹੀ ਲੱਗਾ ਹੋਇਆ, ਕੱਲਾ ਬਾਬਾ ਹੀ ਲੱਗਿਆ ਹੋਇਆ ਕੰਮ ਕਰਨਾ। ਤੁਸੀਂ ਦਿਹਾੜੀਆਂ ਕਿਉਂ ਰੱਖਦੇ ਨਾਲ? ਦਿਹਾੜੀਆਂ ਆਏ ਆ ਜੀ, ਫਿਰ ਮੈਂ ਨਾ ਥੋੜਾ ਵਿਸ਼ਵਾਸ ਘੱਟ ਰੱਖਦਾ। ਪਰ ਸਾਡੇ ਮੁਲਕ ਵਰਗਾ ਮੁਲਕ ਕੋਈ ਨਹੀਂ ਹੈਗਾ, ਪਰ ਸਾਡੇ ਲੀਡਰਾਂ ਵਰਗੇ ਗੰਦੇ ਲੀਡਰ ਕੋਈ ਨਹੀਂ ਹੈ। ਅੱਜ ਕੱਲ੍ਹ ਦੇ ਮੁੰਡੇ 2-4 ਦਿਨ ਚੰਡੀਗੜ੍ਹ ਵਗ ਜਾਣ ਤਾਂ ਪੈਰ ਛੱਡ ਜਾਂਦੇ ਨੇ। ਹਾਂਜੀ, ਤੇ ਬਾਬਾ ਜੀ ਤੁਸੀਂ ਤਾਂ ਕਮਾਲ ਕਰਤੀ। ਅਮਰੀਕਾ ਵਰਗੇ ਦੇਸ਼ਾਂ ਦੇ 10-10 ਸਾਲ ਲਾ ਆਉਣੇ। ਤੇ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਸੀਗਾ ਕੰਮ ਕਰਨ ਦਾ, ਮੈਨੂੰ ਹਜੇ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਮਾਨਸਾ ਤੋਂ ਵੱਡਾ ਅਫਸਰ ਇੱਥੇ ਆ ਕੇ ਪੁੱਛਦਾ ਵੀ ਕਿਹੜੇ ਕਿਹੜੇ ਬੰਦੇ ਬਦਮਾਸ਼ ਆ। ਮੈਨੂੰ ਬਦਮਾਸ਼ਾਂ 'ਚ ਉਹਨਾਂ ਨੇ ਰੱਖਿਆ ਹੋਇਆ। ਮੈਂ ਕਦੀ ਕੁੱਤੇ ਦੇ ਸੋਟਾ ਨਹੀਂ ਸੀ ਮਾਰਿਆ। ਮੇਰਾ ਬੇਟਾ ਗਿਆ ਸੀ ਅਮਰੀਕਾ ਦੇ ਵਿੱਚ ਤੇ ਫਿਰ ਮੈਂ ਮੇਰੇ ਬੇਟੇ ਨੂੰ ਕਿਹਾ, ਮੈਂ ਕਿਹਾ ਬੇਟਾ, ਮੈਂ ਕਿਹਾ ਜੇ ਤੂੰ ਮਤਲਬ ਕਿਤੇ ਪੁੱਛਣਾ ਹੋਵੇ, ਕੋਈ ਕੰਮ ਹੋਵੇ ਤਾਂ ਕਹਿਣਾ ਵੀ ਮੈਂ ਬਾਬੇ ਦਾ ਮੁੰਡਾ। ਮਤਲਬ ਬਾਦਲ ਜਾਂ ਵੱਡੇ ਕੈਪਟਨ ਹੋਰੀ ਇਹਨਾਂ ਦੇ ਕੋਈ ਬਿਮਾਰ ਹੁੰਦਾ ਤਾਂ ਤਾਂ ਲੋਕ ਅਮਰੀਕਾ ਕੈਨੇਡਾ ਨੂੰ ਭੱਜਦੇ ਨੇ। ਤੇ ਤੁਸੀਂ ਜਦੋਂ ਬਿਮਾਰ ਹੋਏ ਉਲਟਾ ਆਪਣੇ ਦੇਸ਼ 'ਚ ਆ ਗਏ। ਮੈਂ ਜੀ ਜੋ ਪੁਰਾਣੀ ਚੀਜ਼ ਮੈਂ ਸਾਰੀ ਸਾਂਭ ਕੇ ਰੱਖਦਾ। ਮੇਰੇ ਬੱਚੇ ਕਹਿੰਦੇ ਪਾਪਾ ਕੀ ਕਰਨਾ, ਸਿੱਟ ਪਰੇ ਗਾਰਬੇਜ ਕਰਦੇ। ਮੈਂ ਕਹਿਣਾ ਯਾਦਾਂ ਨੇ। ਅਸੀਂ ਪਾਕਿਸਤਾਨ 'ਚ ਜਾੜੇ ਪਏ ਨਾ, ਕੁਛ ਨਹੀਂ ਲੈ ਕੇ ਆਏ, ਖਾਲੀ ਹੱਥੀਂ ਆਏ। ਮੇਰੀ ਮਾਤਾ ਜੀ ਦੱਸਦੀ ਹੁੰਦੀ ਸੀ, ਕਹਿੰਦੀ ਮੈਂ ਰੋਟੀਆਂ ਪਕਾ ਕੇ ਤੰਦੂਰ ਤੇ ਲਿਆਈ, ਸਾਰੇ ਟੱਬਰ ਦੀਆਂ ਰੋਟੀਆਂ ਵੀ ਨਹੀਂ ਚੱਕੀਆਂ। ਸਾਡਾ ਇੱਕ ਪਰਿਵਾਰ ਸਾਰਾ ਹੀ ਮੁਸਲਮਾਨਾਂ ਨੇ ਮਾਰਤਾ ਸੀ। ਇੱਕ ਮੇਰੇ ਤਾਏ ਦਾ ਮੁੰਡਾ ਬਚਿਆ ਸੀ ਸਿਰਫ, ਬਸ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਗੁਰਦੀਪ ਸਿੰਘ ਦੇ ਨਾਲ। ਦੋਸਤੋ ਪਿਛਲੇ ਨਾ 8-10 ਦਿਨਾਂ ਤੋਂ ਮੇਰੇ ਸਾਹਮਣੇ ਇੱਕ ਘਰ ਦੇ ਵਿੱਚ ਇੱਕ ਮਿਸਤਰੀ ਲੱਗਾ ਹੋਇਆ ਹੈ। ਮਿਸਤਰੀ ਕੀ ਕਮਾਲ ਦਾ। ਮੈਨੂੰ ਲੱਗਿਆ ਵੀ ਉਹ ਬਜ਼ੁਰਗ ਨੇ। ਜਿਵੇਂ ਆਪਾਂ ਆਮ ਤੌਰ ਤੇ ਬਜ਼ੁਰਗਾਂ ਪ੍ਰਤੀ ਸਤਿਕਾਰ ਜਾਂ ਹਮਦਰਦੀ ਜਾਂ ਇਸ ਤਰ੍ਹਾਂ ਦੇ ਨਜ਼ਰੀਏ ਨਾਲ ਦੇਖਦੇ ਹਾਂ, ਤਾਂ ਸਾਨੂੰ ਲੱਗਿਆ ਵੀ ਯਾਰ ਇੱਕ ਬਾਬਾ ਇੰਨੀ ਉਮਰ ਦੇ ਵਿੱਚ ਕੰਮ ਕਰ ਰਿਹਾ। ਕਮਾਲ ਦੀ ਗੱਲ ਇਹ ਲੱਗੀ ਵੀ ਉਹ ਫਰਸ਼ਾਂ ਲਾ ਰਹੇ ਸੀ, ਪੱਥਰ ਲਾ ਰਹੇ ਸੀ। ਤਾਂ ਮੈਂ ਕਈ ਦਿਨਾਂ ਨੂੰ ਨੋਟ ਕਰਦਾ ਰਿਹਾ ਵੀ ਯਾਰ ਕਿਤੇ ਨਾ ਕਿਤੇ ਇੰਨੀ ਗਰਮੀ ਦੇ ਵਿੱਚ ਬਿਨਾਂ ਦਿਹਾੜੀਏ ਤੋਂ, ਖਾਸ ਗੱਲ ਇਹ ਹੈ ਵੀ ਕੱਲਾ ਮਿਸਤਰੀ ਹੀ ਕੰਮ ਕਰ ਰਿਹਾ ਸੀ। ਤੇ ਜਦੋਂ ਮੈਂ ਉਹਨਾਂ ਬਾਰੇ ਜਾਣਨਾ ਸ਼ੁਰੂ ਕੀਤਾ ਤਾਂ ਕਮਾਲ ਦੀਆਂ ਗੱਲਾਂ ਸਾਹਮਣੇ ਆਈਆਂ ਜੋ ਤੁਹਾਨੂੰ ਜਨੂਨ ਦੇਣਗੀਆਂ, ਤੁਹਾਨੂੰ ਇਰਾਦਾ ਦੇਣਗੀਆਂ, ਤੁਹਾਨੂੰ ਹੌਸਲਾ ਦੇਣਗੀਆਂ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਇਨਸਾਨ ਕਿਵੇਂ ਬਣਨਾ ਹੈ, ਕਿਰਤ ਕਿਵੇਂ ਕਰਨੀ ਹੈ, ਕਿਰਤ ਕੀ ਹੁੰਦੀ ਹੈ, ਕਿਰਤ ਦਾ ਧਨੀ ਕੌਣ ਹੈ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਖੂਬਸੂਰਤ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਕਹਾਂ, ਬਾਬਾ ਜੀ ਕਹਾਂ ਕਿ ਗੁਰਦੀਪ ਸਿੰਘ ਕਹਾਂ? ਜੋ ਕੁਛ ਮਰਜ਼ੀ ਕਹੋ ਜੀ। ਮੇਰੇ ਤੋਂ ਜ਼ਿਆਦਾ ਤਾਂ ਅਮਰੀਕਾ ਦੇ ਵਿੱਚ, USA ਦੇ ਵਿੱਚ ਬਾਬਾ ਜੀ ਕਹਿੰਦੇ ਸੀਗੇ। ਕੀ ਬਾਤ ਹੈ। ਮੇਰਾ ਨਾਂ ਨਹੀਂ ਸੀ ਲੈਂਦਾ ਉੱਥੇ। ਮੈਨੂੰ ਮਤਲਬ ਮਿਸਤਰੀ ਕਰਕੇ ਤਾਂ ਜਾਣਦੇ ਨਹੀਂ ਸੀ ਹੈਗੇ ਤੇ ਨਾ ਮੇਰਾ ਨਾਂ ਲੈ ਕੇ ਜਾਣਦੇ ਸੀਗੇ। ਮੈਨੂੰ ਬਾਬਾ ਜੀ ਕਹਿ ਕੇ ਜ਼ਿਆਦਾ ਜਾਣਦੇ ਸੀ ਵੀ ਬਾਬਾ ਮਿਸਤਰੀ ਜੀ ਨੂੰ ਅਸੀਂ ਮਿਲਣਾ। ਤਾਂ ਮੈਨੂੰ ਮਤਲਬ ਜਾਣਕਾਰੀ ਲੋਕਾਂ ਨੂੰ ਹੋ ਜਾਂਦੀ ਸੀ। ਮੇਰਾ ਬੇਟਾ ਗਿਆ ਸੀ ਅਮਰੀਕਾ ਦੇ ਵਿੱਚ
ਤੇ ਫਿਰ ਮੈਂ ਮੇਰੇ ਬੇਟੇ ਨੂੰ ਕਿਹਾ, ਮੈਂ ਕਿਹਾ ਬੇਟਾ, ਮੈਂ ਕਿਹਾ ਜੇ ਤੂੰ ਮਤਲਬ ਕਿਤੇ ਪੁੱਛਣਾ ਹੋਵੇ, ਕੋਈ ਕੰਮ ਹੋਵੇ ਤਾਂ ਕਹਿਣਾ ਵੀ ਮੈਂ ਬਾਬੇ ਦਾ ਮੁੰਡਾ, ਮਤਲਬ ਕੀ ਬਾਤ। ਜੇ ਤੂੰ ਕਹੇਂਗਾ ਵੀ ਮੈਂ ਗੁਰਦੀਪ ਸਿੰਘ ਦਾ ਮੁੰਡਾ, ਪਰ ਮੈਨੂੰ ਕੋਈ ਨਹੀਂ ਜਾਣਦਾ ਗੁਰਦੀਪ ਸਿੰਘ ਕਰਕੇ ਉੱਥੇ। ਕੀ ਬਾਤ ਹੈ। ਅੱਛਾ ਜੀ, ਤੁਹਾਡਾ ਜਿਹੜਾ ਜਨਮ ਹੈ, ਹਾਂਜੀ, ਕਿੰਨੇ ਸਾਲ ਦੀ ਉਮਰ ਹੈ ਤੁਹਾਡੀ? ਮੇਰੀ ਉਮਰ ਜੀ 72 ਸਾਲ ਦੀ ਹੋ ਗਈ ਹੁਣ ਇਸ ਟਾਈਮ। ਅੱਛਾ, ਹਾਂਜੀ। ਤੇ ਇਹ ਜਿਹੜਾ ਚਨਾਈ ਦਾ ਕੰਮ ਹੈ, ਮਿਸਤਰੀ ਪਣੇ ਦਾ ਕੰਮ ਹੈ, ਹਾਂਜੀ, ਕਿੰਨੀ ਉਮਰ ਤੱਕ ਕਿੰਨਾ ਤਜਰਬਾ ਹੋ ਗਿਆ? ਮੇਰਾ ਤਜਰਬਾ ਬਹੁਤ ਹੈ ਜੀ। ਮੇਰਾ ਪਿਤਾ ਜੀ ਵੀ ਮਿਸਤਰੀ ਸੀਗੇ। ਤੇ ਮਤਲਬ ਮੈਂ ਜਨਮੋਂ ਹੀ ਕੰਮ ਇਹੀ ਕਰਦਾ ਜੀ। ਫਿਰ ਪੜ੍ਹਾਈ ਕੀਤੀ ਨਹੀਂ, ਫਿਰ ਮੈਂ ਮਿਸਤਰੀ ਪੁਣੇ 'ਚ ਹੀ ਪੈ ਗਿਆ। ਇਹ ਸਾਨੂੰ ਇਹ ਪਤਾ ਲੱਗਿਆ ਵੀ ਤੁਸੀਂ ਅਮਰੀਕਾ, USA ਵਰਗੇ ਵੱਡੇ ਦੇਸ਼ਾਂ ਦੇ ਵਿੱਚ ਗਏ ਹੋ। ਕਦੋਂ ਗਏ ਸੀ, ਕਿੰਨੇ ਕੁ ਸਾਲ ਲਾ ਕੇ ਆਏ ਫਿਰ ਉੱਥੇ? ਮੈਂ ਜੀ ਗਿਆ ਸੀਗਾ 2002 ਦੇ ਵਿੱਚ ਗਿਆ ਸੀ ਮੈਂ ਜੀ। ਜੀ। ਤੇ ਮੈਂ ਉੱਥੇ ਕੋਈ 11.5 ਪੌਣੇ 12 ਸਾਲ ਲਾ ਕੇ ਆਇਆ। ਕੀ ਬਾਤ ਹੈ। ਹਾਂਜੀ। ਫਿਰ ਇੰਨੇ ਸਾਲਾਂ ਦੇ ਵਿੱਚ ਖੂਬ ਪੈਸਾ ਕਮਾਇਆ ਹੋਊਗਾ? ਹਾਂਜੀ, ਬਹੁਤ ਵਧੀਆ, ਮਹਾਰਾਜ ਨੇ ਕਿਰਪਾ ਕੀਤੀ ਤੇ ਵਧੀਆ ਪੈਸਾ ਕਮਾਇਆ। 7-8 ਕਿੱਲੇ ਜ਼ਮੀਨ ਵੀ ਬਣਾਈ ਹੈ ਜੀ। ਬਾਕੀ ਘਰ ਵੀ ਸੋਹਣਾ ਬਣਾ ਲਿਆ ਜੀ। ਬੱਚੇ ਵਿਆਹੇ ਜੀ। ਸਾਰਾ ਕੰਮ ਵਧੀਆ ਕੀਤਾ ਜੀ। ਜੋ ਪ੍ਰਮਾਤਮਾ ਨੇ ਬਾਂਹ ਫੜੀ ਨਾ, ਫਿਰ ਬਹੁਤ ਜ਼ਿਆਦਾ ਹੀ ਸੱਚੇ ਪਾਤਸ਼ਾਹ ਨੇ ਧੰਨ ਕਰਤਾ। ਅੱਜ ਕੱਲ ਦੇ ਮੁੰਡੇ 2-4 ਦਿਨ ਚੰਡੀਗੜ੍ਹ ਵਗ ਜਾਣ ਤਾਂ ਪੈਰ ਛੱਡ ਜਾਂਦੇ ਨੇ। ਹਾਂਜੀ। ਤੇ ਬਾਬਾ ਜੀ ਤੁਸੀਂ ਤਾਂ ਕਮਾਲ ਦੇ ਕਰਤੀ। ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ 10-10 ਸਾਲ ਲਾਉਣੇ ਤੇ ਖੂਬ ਪੈਸਾ ਕਮਾਉਣਾ, ਖੂਬ ਜ਼ਮੀਨ ਜਾਇਦਾਦ, ਕੋਠੀਆਂ ਕਾਰਾਂ ਸਭ ਕਮਾ ਲੈਣੀਆਂ, ਤੇ ਫਿਰ ਵੀ ਇੰਨਾ ਕੰਮ ਕਰ ਰਹੇ ਹੋ ਜਨੂਨ ਦੇ ਨਾਲ। ਇਹ ਇਰਾਦਾ ਕਿਵੇਂ ਪੈਦਾ ਹੋਇਆ? ਦੇਖੋ ਜੀ, ਮੈਨੂੰ ਸ਼ੌਂਕ ਸੀ ਪਹਿਲੇ ਦਿਨੋਂ ਜੀ। ਮੈਨੂੰ ਸ਼ੌਂਕ ਬਹੁਤ ਜ਼ਿਆਦਾ ਸੀਗਾ ਕੰਮ ਕਰਨ ਦਾ। ਮੈਨੂੰ ਹਜੇ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਮਤਲਬ ਮੈਂ ਕੰਮ ਕਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਮੈਨੂੰ ਮੇਰੇ ਬੱਚੇ ਕਹਿੰਦੇ, ਪਾਪਾ ਜੀ ਕੰਮ ਛੱਡ ਦਿਓ, ਕਿਹਦੇ ਪਿੱਛੇ ਕਰਦੇ ਹੋ? ਮੈਂ ਕਿਹਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਜੀ। ਜਿੱਦਣ ਮੈਂ ਤੁਹਾਨੂੰ ਆਪੇ ਛੱਡ ਦੇਣਾ ਜੀ। ਸਾਡਾ ਕੰਮ ਕਰਨਾ ਤਾਂ ਜੀ। ਠੀਕ ਹੈ ਜੀ। ਅਸੀਂ ਕੰਮ ਕਰਕੇ ਰੋਟੀ ਖਾਣੀ ਹੈ। ਕਿਸੇ ਨਾਲ ਅੱਜ ਤੱਕ ਹੇਰਾ ਫੇਰੀ ਨਹੀਂ, ਕਿਸੇ ਨਾਲ ਕੋਈ ਸਾਡੇ ਕੰਨੀ ਉਂਗਲ ਨਹੀਂ ਕਰ ਸਕਦਾ। ਮੇਰਾ ਪਿੰਡ ਕੁਲਰੀਆਂ, ਮੈਂ ਕੁਲਰੀਆਂ ਦੇ ਵਿੱਚ ਮੇਰੇ ਕੰਨੀ ਕੋਈ ਬੰਦਾ ਉਂਗਲ ਨਹੀਂ ਕਰ ਸਕਦਾ ਵੀ ਇਸ ਬੰਦੇ ਨੇ ਬੇਈਮਾਨਾ ਕੀਤਾ ਸਾਡੇ ਜੀ, ਜਾਂ ਠੱਗੀ ਮਾਰੀ ਸਾਡੇ ਜੀ। ਅਮਰੀਕਾ ਦੇ ਵਿੱਚ ਵੀ ਮੇਰਾ ਇਹੀ ਹਿਸਾਬ ਸੀਗਾ ਜੀ। ਅਮਰੀਕਾ ਦੇ ਵਿੱਚ ਵੀ ਮੈਂ ਕੰਮ ਕੀਤਾ, ਬਿਲਕੁਲ ਆਪਦੇ ਤਨ ਮਨ ਨਾਲ ਕੰਮ ਕੀਤਾ, ਆਪਦਾ ਸਮਝ ਕੇ ਕੀਤਾ ਜੀ। ਕਿਸੇ ਦਾ ਸਮਝ ਕੇ ਨਹੀਂ ਕੀਤਾ ਮੈਂ। ਪਰ ਮੈਨੂੰ ਜਿੱਥੇ ਕਿਤੇ ਅਮਰੀਕਾ ਦੇ ਵਿੱਚ ਖਿਲਾਰ ਦਿੰਦੇ ਸੀਗੇ, ਮੈਨੂੰ ਕਹਿ ਦਿੰਦੇ ਸੀ ਲੈ ਵੀ ਹੁਣ ਅਸੀਂ ਬਾਬਾ ਜੀ ਨੂੰ ਇੱਥੇ ਛੱਡਤਾ, ਹੁਣ ਸਾਨੂੰ ਫਿਕਰ ਨਹੀਂ ਕੋਈ, ਸਾਡਾ ਕੰਮ ਹੋ ਜਾਣਾ। ਨਹੀਂ, ਇਹ ਕਮਾਲ ਦੀ ਗੱਲ। ਇੱਕ ਜਿਹੜੀ ਗੱਲ ਮੈਂ ਨੋਟ ਕੀਤੀ ਉਹ ਇਹ ਦੇਖੀ ਮੈਂ ਨਾ, ਕਮਾਲ ਹੈ ਵੀ ਕੱਲਾ ਮਿਸਤਰੀ ਹੀ ਲੱਗਾ ਹੋਇਆ, ਕੱਲਾ ਬਾਬਾ ਹੀ ਲੱਗਿਆ ਹੋਇਆ ਕੰਮ ਕਰਨਾ। ਤੁਸੀਂ ਦਿਹਾੜੀਆਂ ਕਿਉਂ ਰੱਖਦੇ ਨਾਲ? ਦਿਹਾੜੀਆਂ ਆਏ ਜੀ, ਫਿਰ ਮੈਂ ਨਾ ਥੋੜਾ ਵਿਸ਼ਵਾਸ ਘੱਟ ਰੱਖਦਾ ਦਿਹਾੜੀਆਂ ਤੇ। ਕਿਵੇਂ? ਵਿਸ਼ਵਾਸ ਐ ਘੱਟ ਰੱਖਦਾ, ਉਹ ਕਿਉਂ ਕੰਮ ਨਹੀਂ ਸਹੀ ਕਰਦੇ ਹੈਗੇ। ਫਿਰ ਮੈਨੂੰ ਚੰਗਾ ਨਹੀਂ ਲੱਗਦਾ। ਫਿਰ ਮੈਂ ਕੰਮ ਉਦੋਂ ਦਿਹਾੜੀਆਂ ਲੈ ਕੇ ਜਾਣਾ ਜਦੋਂ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਲੋੜ ਹੁੰਦੀ ਹੈ, ਜੋ ਸਰਦਾ ਨਹੀਂ ਹੈਗਾ। ਹਾਂਜੀ। ਮੈਂ ਫਿਰ ਲੈ ਕੇ ਜਾਣਾ, ਨਹੀਂ ਤਾਂ ਮੈਂ ਤਾਂ ਇਕੱਲਾ ਕੰਮ ਕਰਕੇ ਖੁਸ਼ ਹਾਂ। ਬਾਹਰ ਵੀ ਅਮਰੀਕਾ ਦੇ ਵਿੱਚ ਵੀ ਮੈਨੂੰ ਇੱਕ ਹੈਲਪਰ ਦੇ ਦਿੰਦੇ ਸੀਗੇ, ਫਿਰ ਉੱਥੇ ਮੈਂ ਆਪਦਾ ਕੰਮ ਕਰੀ ਜਾਣਾ। ਇੱਥੇ ਵੀ ਮੈਂ ਜਦੋਂ ਹੁਣ ਮੈਨੂੰ ਲੋੜ ਹੁੰਦੀ ਆ ਉਦੋਂ ਤਾਂ ਮੈਂ ਹੈਲਪਰ ਲੈ ਕੇ ਜਾਣਾ, ਜਦੋਂ ਮੈਨੂੰ ਨਹੀਂ ਲੋੜ ਹੁੰਦੀ ਫਿਰ ਮੈਂ ਇਕੱਲਾ ਹੀ ਕੰਮ ਕਰਦਾ। ਜਿਹੜਾ ਮੇਰਾ ਇਕੱਲੇ ਦਾ ਕੰਮ ਕਰਨਾ, ਫਿਨਿਸ਼ਿੰਗ ਦਾ ਕੰਮ ਆ ਨਾ ਮੇਰਾ, ਉਹ ਮੈਂ ਇਕੱਲੇ ਨਹੀਂ ਕਰਨਾ। ਉਹ ਮੈਂ ਬੰਦਾ ਨਹੀਂ ਨਾਲ ਰੱਖਣਾ ਫਿਨਿਸ਼ਿੰਗ ਤੇ, ਫਿਰ ਉਹ ਸਹੀ ਸਫਾਈ ਨਹੀਂ ਕਰਦੇ, ਸਹੀ ਫਿਰ ਉਸ ਕੰਮ ਨਹੀਂ ਹੁੰਦਾ। ਇੰਨੇ ਸਾਲ ਲਾਏ ਫੇਰ ਵੀ ਇੰਡੀਆ ਦੇ ਵਿੱਚ ਆ ਗਏ। ਇੱਧਰ ਸਿਹਤ ਸਹੂਲਤਾਂ ਪੱਖੋਂ ਅਸੀਂ ਮਾਰੇ ਪਏ ਆ, ਸਿੱਖਿਆ ਪੱਖੋਂ ਮਾਰੇ ਪਏ ਆ। ਸਾਡੀਆਂ ਸਰਕਾਰਾਂ ਨੇ ਸਾਨੂੰ ਇਹਨਾਂ ਕੱਖੋਂ ਹੌਲੇ ਕਰਤਾ ਕਿ ਤੁਸੀਂ ਅਮਰੀਕਾ ਬਾਰੇ ਕੰਟਰੀ ਦੇ ਵਿੱਚ ਵਾਪਸ ਆਉਂਦੇ ਹੋ। ਇਹਦਾ ਕੋਈ ਖਾਸ ਰਾਜ? ਖਾਸ ਰਾਜ ਤਾਂ ਐ ਸੀ ਜੀ, ਮੈਂ ਬਿਮਾਰ ਹੋ ਗਿਆ ਸੀ। ਮੇਰਾ ਬੇਟਾ ਸੀ ਉੱਥੇ ਜੀ। ਮੇਰੇ ਬੇਟੇ ਨੇ ਮੈਨੂੰ ਘੱਲਤਾ ਸੀ, ਮੈਂ ਆਉਣਾ ਸੀ। ਮੈਂ ਕਿਉਂ ਕਰ ਰਿਹਾ, 12 ਸਾਲ ਹੋ ਗਏ ਸੀ ਲਗਾਤਾਰ ਹੀ ਮੈਂ ਆਇਆ ਨਹੀਂ ਸੀ ਜੀ। ਤੇ ਫਿਰ ਮੈਂ ਕਿਹਾ ਵੀ ਚਲੋ ਹੁਣ ਚੱਲਦੇ ਹਾਂ ਆਪਣੇ ਵਤਨਾਂ ਨੂੰ। ਇੱਥੇ ਜਨਮ ਭੂਮੀ ਹੈ ਸਾਡੀ ਜੀ। ਫਿਰ ਜਨਮ ਭੂਮੀ ਤਾਂ ਫਿਰ ਯਾਦ ਆਉਂਦੀ ਹੈ ਜੀ। ਪਰ ਸਾਡੇ ਮੁਲਕ ਵਰਗਾ ਮੁਲਕ ਕੋਈ ਨਹੀਂ ਹੈਗਾ, ਪਰ ਸਾਡੇ ਲੀਡਰਾਂ ਵਰਗੇ ਗੰਦੇ ਲੀਡਰ ਕੋਈ ਨਹੀਂ ਇੱਥੇ ਜੀ। ਥੱਲੇ ਤੋਂ ਲੈ ਕੇ ਉੱਪਰ ਤੱਕ ਹੀ ਕੋਈ ਸੁਣਾਈ ਨਹੀਂ ਕਿਸੇ ਦੀ ਹੈਗੀ ਇੱਥੇ। ਤਾਂ ਕਰਕੇ ਜੀ ਹੁਣ ਸਾਡੇ ਬੱਚੇ ਬਾਹਰ ਨੂੰ ਤੁਰੇ ਜਾਂਦੇ ਆ, ਕਹਿੰਦੇ ਇੱਥੇ ਕੀ ਹੈ। ਕੋਈ ਸੱਚ ਬੋਲਦਾ ਤੇ ਪੁਲਿਸ ਫੜ ਕੇ ਲੈ ਜਾਂਦੀ ਹੈ। ਦੱਸੋ ਕੀ ਕਰਾਂਗੇ। ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਹਾਂਜੀ, ਪਰਿਵਾਰ ਦੇ ਵਿੱਚ ਕਿੰਨੇ ਬੇਟੇ ਨੇ, ਕਿੰਨੀਆਂ ਬੇਟੀਆਂ? ਮੇਰੇ ਜੀ 3 ਬੇਟੇ ਨੇ, 1 ਬੇਟੀ ਹੈ ਮੇਰੀ ਜੀ। ਹਾਂਜੀ।
ਤਿੰਨੇ ਬੇਟਿਆਂ ਬਾਰੇ ਬੇਟੀ ਬਾਰੇ ਦੱਸੋ ਖੁੱਲ੍ਹ ਕੇ ਵੀ ਕੀ ਕਰਦੇ, ਕਿੱਥੇ ਰਹਿੰਦੇ ਨੇ ਅੱਜ ਕੱਲ੍ਹ? ਮੇਰੇ 2 ਬੇਟੇ ਜੀ ਅਮਰੀਕਾ 'ਚ ਰਹਿੰਦੇ ਆ। ਕੀ ਬਾਤ ਹੈ। ਇੱਕ ਮੇਰਾ ਪੋਤਾ ਰਹਿੰਦਾ ਹੈ। ਮੇਰੀ ਨੂੰਹ ਹੈ। ਤੇ ਇੱਕ ਮਤਲਬ ਛੋਟੇ ਮੁੰਡੇ ਦਾ ਮਤਲਬ ਮੇਰਾ ਪੋਤਾ ਰਹਿੰਦਾ, ਛੋਟੇ ਮੁੰਡੇ ਦਾ ਮੁੰਡਾ। ਤੇ ਮਤਲਬ ਇਸ ਟਾਈਮ ਸਾਡੇ ਉੱਥੇ 7 ਪਰਿਵਾਰ ਰਹਿੰਦੇ ਨੇ। ਇੱਕ ਮਤਲਬ ਮੇਰੇ ਭਰਾ ਦਾ ਮੁੰਡਾ ਨਾਲ ਗਿਆ ਹੋਇਆ, ਉਹ ਵੀ ਉੱਥੇ ਹੀ ਹੈ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ। ਅੱਛਾ, ਫਿਰ ਆਮ ਤੌਰ ਤੇ ਨਾ ਜਦੋਂ ਕੋਈ ਬੰਦੇ ਤਰੱਕੀ ਕਰ ਜਾਂਦੇ ਨੇ ਜ਼ਿਆਦਾ, ਜਦੋਂ ਪੈਸਾ ਵੀ ਕਮਾ ਲੈਂਦੇ ਨੇ, ਫਿਰ ਆਲੇ ਦੁਆਲੇ ਨਾ ਰਿਸ਼ਤੇਦਾਰ ਦੇ ਜਿਹੜੇ ਜਾਂ ਆਲੇ ਦੁਆਲੇ ਗੁਆਂਢੀ ਨੇ, ਉਹ ਕਹਿਣ ਲੱਗ ਜਾਂਦੇ ਨੇ ਵੀ ਐਵੇਂ ਹੀ ਕਮਲਾ ਹੋਇਆ ਫਿਰਦਾ ਬਾਬਾ। ਤਾਂ ਐ ਨਹੀਂ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਇਹ ਕੰਮ ਯਾਰ ਉਹੀ ਕਰੀ ਜਾਂਦਾ ਵੀ ਹੁਣ ਕੀ ਲੋੜ ਇਹਨੂੰ। ਕਹਿੰਦੇ ਆ ਜੀ, ਕਹਿੰਦੇ ਬਾਬਾ ਜੀ ਕੰਮ ਛੱਡ ਦਿਓ, ਹੁਣ ਤਾਂ ਬਹੁਤ ਕਰ ਲਿਆ ਤੁਸੀਂ ਕੰਮ। ਇੱਥੇ ਪਿੰਡ ਵੀ ਮੈਨੂੰ ਕਹਿੰਦੇ ਆ, ਮਿਸਤਰੀ ਜੀ ਕੰਮ ਛੱਡ ਦਿਓ, ਹੁਣ ਤਾਂ ਬਥੇਰਾ ਕਰ ਲਿਆ ਕੰਮ। ਮੈਂ ਕਹਿੰਦਾ ਬਈ ਕੰਮ ਤਾਂ ਕਰਨਾ ਜ਼ਰੂਰੀ, ਕਰਮ ਆ ਸਾਡਾ। ਕੰਮ ਕਰੇ ਤੋਂ ਬਿਨਾਂ ਟਾਈਮ ਨਹੀਂ। ਗੁਰਬਾਣੀ ਨੂੰ ਮੰਨਣ ਵਾਲੇ ਅਸੀਂ, ਬਾਬੇ ਨਾਨਕ ਅਸੀਂ ਜੀ ਤੜਕੇ ਉੱਠੀ ਦਾ ਅੰਮ੍ਰਿਤ ਵੇਲੇ ਮਹਾਰਾਜ ਦੀ ਬਾਣੀ ਪਾਠ ਕਰੀਦਾ ਤੇ ਸੱਚ ਤੇ ਚੱਲਣ ਵਾਲੇ ਬੰਦੇ। ਅਸੀਂ ਤਾਂ ਹੋਰ ਵੀ ਜਿਹੜੇ ਬੱਚੇ ਉਹਨਾਂ ਨੂੰ ਵੀ ਵਿਦੇਸ਼ ਦਿੰਦੇ ਆ ਵੀ ਸੱਚ ਤੇ ਚੱਲੋ, ਮਾੜੇ ਕੰਮਾਂ 'ਚ ਨਾ ਪਵੋ, ਨਸ਼ਾ ਪੱਤਿਆਂ 'ਚ ਨਾ ਪਵੋ, ਆਪਦੀ ਕਮਾਈ ਕਰੋ ਤੇ ਕਮਾਈ ਕਰਕੇ ਸੋਹਣੀ ਆਪਦੀ। ਪ੍ਰਮਾਤਮਾ ਬਹੁਤ ਕੁਛ ਦਿੰਦਾ ਸੱਚ 'ਚ। ਝੂਠ ਦਾ ਕੂੜ ਹੈ ਜੀ, ਜਿੰਨਾ ਮਰਜ਼ੀ ਇਕੱਠਾ ਕਰ ਲਓ। ਚੜ੍ਹਦੀ ਜਵਾਨੀ ਦੇ ਵਿੱਚ ਤੁਸੀਂ ਵੀ ਕਦੇ ਨਸ਼ਾ ਪੱਤਾ ਕੀਤਾ? ਕਦੇ ਇਸ ਤਰ੍ਹਾਂ ਦੇ ਕੰਮਾਂ ਕਾਜ, ਦਾਰੂ ਪੀਣੀ ਜਾਂ ਹੋਰ ਇਹ ਜਿਹੇ ਐਸ਼ ਪ੍ਰਸਤੀਆਂ ਕਰਨੀਆਂ ਕਦੇ? ਦੇਖੋ ਜੀ, ਮੈਂ ਤਾਂ ਮੈਂ ਖੇਤੀ ਵੀ ਕੀਤੀ 8 ਸਾਲ। ਜਦੋਂ ਖੇਤੀ ਕਰਦੇ ਸੀ ਨਾ, ਉਹ ਫਿਰ ਜਦੋਂ ਬੰਦਾ ਮਾੜੀ ਸੰਗਤ 'ਚ ਬਹਿ ਜਾਂਦਾ ਉਦੋਂ ਹੋ ਹੀ ਜਾਂਦਾ ਕੁਛ ਨਾ ਕੁਛ। ਕੋਈ ਇਹੋ ਜਿਹੀ ਘਟਨਾ ਸਾਂਝੀ ਕਰੋ ਵੀ ਇਹ ਕੋਈ ਦੋਸਤਾਂ ਨਾਲ ਵਾਪਰੀ ਹੋਵੇ ਕਦੇ? ਨਹੀਂ ਜੀ, ਮੈਂ ਕੋਈ ਦੋਸਤ ਬਣਾਇਆ ਨਹੀਂ ਸੀ ਇਸ ਲਈ। ਸਹੀ ਮੈਂ ਤਾਂ ਆਪਦੇ ਮੂਡ 'ਚ ਹੀ ਰਹਿੰਦਾ, ਬਸ ਮੈਂ ਆਪਦੇ ਕੰਮ 'ਚ ਰਹਿੰਦਾ। ਅੱਜ ਵੀ ਰਹਿੰਦੇ ਹੋ? ਹਾਂਜੀ, ਅੱਜ ਵੀ ਉਹੀ ਆ। ਅੱਜ ਵੀ ਕੋਈ ਆਪਾਂ ਦੋਸਤ ਫਰੈਂਡ ਨਹੀਂ ਬਣਾਇਆ ਹੈਗਾ। ਤੇ ਆਪਦਾ ਕੰਮ ਕਰੀਦਾ। ਮੈਂ ਖੇਤ ਕੰਮ ਕਰਦਾ ਸੀਗਾ, ਉਦੋਂ ਪੀ ਪੂ ਲਈ ਦੀ ਸੀ ਘੋਟੇ, ਮੈਂ ਕਹੀਏ ਵੀ ਨਹੀਂ ਪੀਤੀ। ਪਰ ਜਦੋਂ ਤੋਂ ਸ਼ਾਦੀ ਹੋ ਗਈ ਫਿਰ ਛੱਡ ਦਿੱਤੀ। ਕੀ ਬਾਤ। ਫਿਰ ਨਹੀਂ ਪੀਤੀ ਨਾ। ਮੈਂ ਕਿਹਾ ਵੀ ਅੱਜ ਮੈਂ ਪੀਊਂਗਾ, ਕੱਲ੍ਹ ਨੂੰ ਮੇਰੇ ਬੱਚੇ ਪੀਣਗੇ। ਬਸ ਆਹ ਗੱਲ ਸੋਚ ਕੇ। ਉਸ ਤੋਂ ਬਾਅਦ ਫਿਰ ਅੰਮ੍ਰਿਤਧਾਰੀ ਹੋ ਗਏ? ਹਾਂਜੀ, ਫਿਰ ਅੰਮ੍ਰਿਤ ਛਕ ਲਿਆ। ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਫਿਰ ਵੀਜ਼ਾ ਲੱਗ ਗਿਆ ਅਮਰੀਕਾ ਦਾ, ਅਮਰੀਕਾ ਚਲੇ ਗਏ। ਮੈਂ ਸੋਚਦਾ ਹੁੰਦਾ ਸੀ, ਮੈਂ ਕਹਿਣਾ ਕਰਨਾ ਮੈਂ ਅਨਪੜ੍ਹ ਬੰਦਾ, ਕੀ ਕਰੂੰਗਾ ਅਮਰੀਕਾ 'ਚ ਜਾ ਕੇ। ਪਰ ਫਿਰ ਉੱਥੇ ਜਦੋਂ ਮੈਂ ਅਮਰੀਕਾ ਚਲਿਆ ਗਿਆ, ਫਿਰ ਮੇਰੀ ਦਾੜੀ ਥੋੜ੍ਹੀ ਚਿੱਟੀ ਸੀਗੀ ਤੇ ਮੈਨੂੰ ਬੰਦੇ ਕਹਿਣ ਲੱਗੇ ਵੀ ਤੂੰ ਜਾਂ ਤਾਂ ਦਾੜੀ ਬਣਾ ਦੇ ਤੇ ਚਾਹੇ ਕਾਲੀ ਕਰ, ਫਿਰ ਤੈਨੂੰ ਕੰਮ ਤੇ ਲਿਜਾਣਗੇ ਬੰਦੇ। ਮੈਂ ਕਿਹਾ ਵੀ ਗੱਲ ਸੁਣ ਲੈ ਮੇਰੀ, ਅੱਜ ਤਾਂ ਮੈਨੂੰ ਇੰਨੀ ਗੱਲ ਕਹਿਤੀ, ਅੱਜ ਤੋਂ ਬਾਅਦ ਨਹੀਂ ਮੈਨੂੰ ਕਹਿਣੀ। ਮੈਂ ਗੁਰੂ ਦਾ ਸਿੱਖ। ਕੀ ਬਾਤ। ਗੁਰੂ ਮਹਾਰਾਜ ਦੀ ਕਿਰਪਾ, ਜਿਹਨੇ ਮੈਨੂੰ ਇੱਥੇ ਲਿਆਂਦਾ ਉਹ ਮੈਨੂੰ ਕੰਮ ਵੀ ਦਵਾਊਗਾ। ਭਰੋਸਾ ਪੂਰਾ ਰੱਖਿਆ ਜੀ ਮੈਂ। ਪਰ ਮੇਰੀ ਤਾਂ ਸੱਚੇ ਪਾਤਸ਼ਾਹ ਨੇ ਬੱਲੇ ਬੱਲੇ ਕਰਾ ਚੱਲਿਆ ਸੱਚ ਤੇ, ਝੂਠ ਨਹੀਂ ਮਾਰਿਆ। ਜੋ ਗੱਲ ਕਹਿਣੀ ਸੱਚ ਬੋਲ ਦੇਣਾ ਅਗਲੇ ਨੂੰ, ਭਾਵੇਂ ਕੌੜਾ ਲੱਗੇ ਭਾਵੇਂ ਮਿੱਠਾ। ਅੱਜ ਵੀ ਮੇਰੀ ਇਹ ਗੱਲ ਹੀ ਹੈ, ਮੈਂ ਸੱਚ ਬੋਲ ਦੇਣਾ ਅਗਲੇ ਦੇ ਮੂੰਹ ਤੇ ਬੋਲ ਦੇਣਾ। ਕਦੇ ਫਿਰ ਐ ਨਹੀਂ ਵਾਪਰੀਆਂ ਗੱਲਾਂ ਉੱਥੇ ਅੰਗਰੇਜ਼ੀ ਬੋਲਦੇ ਸਾਰੇ ਤੇ ਬਾਬਾ ਪਿਓਰ ਪੰਜਾਬੀ, ਠੇਠ ਮਲਵਈ, ਕੋਈ ਦਿੱਕਤਾਂ ਨਹੀਂ ਆਉਂਦੀ ਗੱਲ ਕਹਿਣ ਲੱਗੇ? ਨਹੀਂ, ਕੋਈ ਐਡੀ ਥੋੜਾ ਚਿਰ ਤਾਂ ਆਈ ਸੀਗੀ। ਫਿਰ ਲੱਗ ਗਏ ਮੱਥਾ ਮੁੱਥਾ ਮਾਰਨ, ਉਹਨਾਂ ਨਾਲ ਮਾੜਾ ਮੋਟਾ ਬੋਲ ਲਈਦੀ ਸੀ, ਕਰ ਲਈਦੀ ਸੀ ਗੱਲਬਾਤ। ਅੱਛਾ, ਸਮਝ ਲਈਦੀ ਸੀ ਉਹਨਾਂ ਦੀ ਗੱਲ, ਸਮਝ ਆਉਂਦੀ ਸੀ ਤਾਂ ਅਸੀਂ ਵੀ ਸਾਰਿਆਂ ਸ਼ੁਰਾਂ ਨਾਲ ਸਮਝਾਦੀ ਤਾਂ ਉਹ ਸਮਝ ਜਾਂਦੇ ਸੀ। ਠੀਕ ਆ। ਅੱਛਾ, ਹਾਂਜੀ। ਬਾਕੀ ਤਕਰੀਬਨ ਮੈਂ ਜ਼ਿਆਦਾ ਪੰਜਾਬੀ ਕੰਪਨੀ 'ਚ ਕੰਮ ਕਰਿਆ। ਵੈਸੇ ਘਰਾਂ 'ਚ ਵੀ ਮੈਨੂੰ ਕੰਮ ਮਿਲ ਜਾਂਦਾ, ਸਿੱਧਾ ਹੀ ਮੈਂ ਕੰਮ ਵੀ ਲੈ ਲੈਂਦਾ ਸੀ ਆਪਣਾ। ਫਿਰ ਮੇਰਾ ਬੇਟਾ ਉੱਥੇ ਗਿਆ ਸੀ, ਫਿਰ ਅਸੀਂ ਦੋਵੇਂ ਪਿਓ ਪੁੱਤ ਵੀ ਕੰਮ ਕਰੀ ਜਾਂਦੇ। ਉਹ ਵੀ ਮਿਸਤਰੀ ਬਣ ਦਾ ਕੰਮ ਕਰਦੇ? ਹਾਂਜੀ, ਦੋਨੇ ਮੁੰਡੇ? ਹਾਂਜੀ। ਅੱਛਾ, ਉਹ ਫਿਰ ਕਿਵੇਂ ਗਏ ਇੱਥੋਂ ਪੜ੍ਹ ਲਿਖ ਕੇ ਜਾਂ ਕੀ ਕੀਤਾ ਉਹਨਾਂ ਨੇ? ਉਹ ਜੀ ਬਸ ਐਂ ਵੀਜ਼ਾ ਲੱਗ ਗਿਆ, ਚਲੇ ਗਏ ਸੀਗੇ। ਫਿਰ ਉੱਥੇ ਜਾ ਕੇ, ਇੱਥੇ ਤੁਹਾਨੂੰ ਪਤਾ ਹੀ ਹੈ, ਜੋ ਪੁਲਿਸ ਬਸ ਤੰਗ ਕਰਦੀ ਰਹਿੰਦੀ ਸੀ। ਘਰੇ ਆਏ, ਇੱਕ ਦੋ ਵਾਰੀ ਘਰੇ ਆਏ, ਮੇਰੇ ਤੇ ਵੀ ਝੂਠਾ ਕੇਸ ਪਾਤਾ ਸੀ ਪੁਲਿਸ ਨੇ। ਕਾਹਦਾ? ਸ਼ਰਾਬ ਦਾ ਪਾਤਾ। ਨਾ ਇਹਦਾ ਮੇਰੇ ਕੋਲ ਨਿਕਲੀ ਨਹੀਂ। ਮੇਰਾ ਅੱਜ ਤੱਕ ਨਾਂ ਬੋਲਦਾ ਕਚਹਿਰੀਆਂ ਦੇ ਉੱਥੇ, ਜਦੋਂ ਆਪਣੇ ਇੱਥੇ ਕੋਈ ਮਤਲਬ ਜੱਜ ਆਪਣੇ ਆਉਂਦਾ
ਮਾਨਸਾ ਤੋਂ ਵੱਡਾ ਅਫਸਰ ਹਾਂ ਇੱਥੇ ਆ ਕੇ ਪੁੱਛਦਾ ਵੀ ਕਿਹੜੇ ਕਿਹੜੇ ਬੰਦੇ ਬਦਮਾਸ਼ ਆ, ਮੈਨੂੰ ਬਦਮਾਸ਼ਾਂ 'ਚ ਉਹਨਾਂ ਨੇ ਰੱਖਿਆ ਹੋਇਆ। ਇਹ ਸਿਸਟਮ ਹੈ ਇੰਡੀਆ ਦਾ। ਹਾਂਜੀ, ਜਿਹਨੇ ਲੋਕ ਸਤਾਏ। ਮੈਂ ਕਦੀ ਕੁੱਤੇ ਦੇ ਸੋਟਾ ਨਹੀਂ ਸੀ ਮਾਰਿਆ। ਬਸ ਮੈਨੂੰ ਬਦਮਾਸ਼ਾਂ 'ਚ ਰੱਖਿਆ। ਜਦੋਂ ਕਿਤੇ ਇੱਥੇ ਆਉਂਦੇ ਉਦੋਂ ਫਿਰ ਨਾਂ ਬੋਲਦੇ ਸਾਰੇ ਬਦਮਾਸ਼ਾਂ ਦਾ, ਜਿਹੜਾ ਮਰ ਜਾਂਦਾ ਉਹਦਾ ਨਾਂ ਕੱਟ ਦਿੰਦੇ ਆ। ਦੂਜੇ ਦੇ ਜੀ ਗੁਰਦੀਪ ਸਿੰਘ ਜੀ, ਫਲਾਨਾ ਸਿੰਘ ਜੀ, ਧਮਕੜਾ ਸਿੰਘ ਜੀ ਹੈਗੇ ਆ ਜੀ। ਇਹੋ ਜਿਹੀ ਸਿਸਟਮ ਇੱਥੇ ਦੱਸੋ ਕੀ ਕਰਨਗੇ ਬੱਚੇ। ਮਾੜੇ ਸਿਸਟਮ ਹੈ। ਆਮ ਤੌਰ ਤੇ ਨਾ ਲੋਕ ਪੈਸਾ ਕਮਾ ਲੈਂਦੇ ਨੇ। ਹਾਂਜੀ, ਜਿਹੜੇ ਸਾਡੇ ਅੱਜ ਸਮੱਸਿਆਵਾਂ ਵਧੀਆਂ ਹੋਈਆਂ ਨੇਗੀਆਂ, ਸਾਡੇ ਬਿਰਧ ਆਸ਼ਰਮਾਂ ਦੀ ਗਿਣਤੀ ਬਹੁਤ ਵਧੀ ਹੋਈ ਹੈ। ਹਾਂਜੀ, ਤੁਸੀਂ ਖੂਬ ਪੈਸਾ ਕਮਾਇਆ। ਹਾਂਜੀ, ਆਮ ਤੌਰ ਤੇ ਲੋਕਾਂ ਕੋਲ ਪੈਸਾ ਤਾਂ ਹੋ ਜਾਂਦਾ, ਪਰ ਉਹ ਆਪਣੇ ਔਲਾਦ ਨਾਲ ਜਾਂ ਘਰ ਪਰਿਵਾਰ ਨਾਲ ਉਵੇਂ ਰਾਬਤਾ ਨਹੀਂ ਰੱਖ ਸਕਦੇ, ਜਾਂ ਦੂਰੀਆਂ ਵਧਾ ਲੈਂਦੇ ਨੇ, ਜਾਂ ਦੂਰੀਆਂ ਵੱਧ ਜਾਂਦੀਆਂ ਨੇ। ਹਾਂਜੀ, ਕੀ ਕਹੋਗੇ ਇਸ ਗੱਲ, ਇਸ ਸਿਸਟਮ ਬਾਰੇ, ਇਸ ਪਰਿਵਾਰਕ ਰਿਸ਼ਤੇ ਨਾਤੇ ਬਾਰੇ? ਦੇਖੋ ਜੀ, ਹਜੇ ਤੱਕ ਸਾਡੇ ਬੱਚੇ ਇਹੋ ਜਿਹੇ ਨਹੀਂ ਹੈਗੇ। ਮੇਰੇ ਨਾਲ ਬਹੁਤ ਵਧੀਆ ਮਤਲਬ ਗੱਲ ਮੰਨਦੇ ਆ। ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਬਸ ਉਸੇ ਟਾਈਮ ਤਿਆਰ ਆ, ਮਿਲ ਜਾਂਦੀ ਹੈ। ਤੇ ਮੈਂ ਹੋਰ ਲੋਕਾਂ ਨੂੰ ਵੀ ਕਹਿਣਾ ਵੀ ਇਹ ਮਾਂ ਦਾ ਤਾਂ ਆਪਾਂ ਦੇਣ ਨਹੀਂ ਦੇ ਸਕਦੇ। ਜਿਹੜੇ ਬਿਰਧ ਆਸ਼ਰਮ ਦੇ ਵਿੱਚ ਲੋਕ ਘੱਲਦੇ ਨਾ ਮਾਤਾ ਪਿਤਾ ਨੂੰ, ਉਹਨਾਂ ਵਾਸਤੇ ਠੀਕ ਨਹੀਂ ਹੈ। ਉਹਨਾਂ ਤੇ ਵੀ ਦੇਣ ਇਹ ਆਉਣੇ ਆ, ਸਭ ਤੇ ਆਉਣੇ ਆ। ਪਰ ਮੈਂ ਕਹਿੰਦਾ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ। ਜੇ ਮਾਂ ਪਿਓ ਦੀ ਸੇਵਾ ਤੇ ਪਰਮਾਤਮਾ ਖੁਸ਼ ਹੈ। ਜੇ ਮਾਂ ਪਿਓ ਦੀ ਸੇਵਾ ਨਹੀਂ ਕਰ ਸਕਦੇ ਆਪਾਂ, ਪਰਮਾਤਮਾ ਖੁਸ਼ ਨਹੀਂ ਉੱਥੇ ਹੋ ਸਕਦਾ। ਮਾਂ ਸਭ ਤੋਂ ਵੱਡਾ ਰੂਪ ਮਾਂ ਤੇ ਪਿਓ ਆਪਣਾ। ਮਾਂ ਪਿਓ ਤੋਂ ਸਭ ਥੱਲੇ ਆ। ਜੇ ਆਪਾਂ ਪਰਮਾਤਮਾ ਨੂੰ ਮੰਨਦੇ ਤਾਂ ਆਪਾਂ ਮਾਂ ਪਿਓ ਨੂੰ ਘਰੇ ਬੈਠੇ ਆਪਾਂ ਮੰਨ ਲਈਏ 68 ਸੀਰਤਾਂ ਦਾ ਫਲ ਇੱਥੇ ਹੀ ਮਿਲ ਜਾਣਾ, ਆਪਾਂ ਨੂੰ ਲੋੜ ਹੀ ਨਹੀਂ ਜਾਣ ਦੀ ਕਿਤੇ ਤੀਰਥਾਂ ਤੇ। ਕਾਹਤੋਂ ਐ ਭੱਜੇ ਫਿਰਦੇ ਆ, ਕੀ ਲੋੜ ਹੈ ਜਾਣ? ਕੀ ਮੰਨਦੇ ਹੋ ਜਿਹੜੀ ਨੌਜਵਾਨ ਪੀੜ੍ਹੀ ਜਾਂ ਅਸੀਂ ਲੋਕ ਆ, ਅਸੀਂ ਇਹ ਮੰਨਦੇ ਆ ਵੀ ਅਸੀਂ ਜੇ ਇੱਧਰ ਕੰਮ ਕਰਦੇ ਆ ਕੋਈ ਤਾਂ ਇੱਧਰ ਲੋਕ ਮਿਹਨਤ ਦਾ ਮੁੱਲ ਨਹੀਂ ਪਾਉਂਦੇ। ਜਿਹੜੇ ਬਾਹਰਲੇ ਫੋਰਨ ਕੰਟਰੀਜ਼ ਨੇ ਉੱਥੇ ਸਾਡੀ ਮਿਹਨਤ ਦਾ ਮੁੱਲ ਪੈਂਦਾ। ਕੀ ਸੱਚ ਹੈ ਇਹ? ਬਿਲਕੁਲ ਜੀ ਸੱਚ ਹੈ, 100% ਹੀ ਸੱਚ ਹੈ। ਕਿਵੇਂ ਕਹਿ ਸਕਦੇ ਆ? ਮੈਂ ਜੀ ਉੱਥੇ ਜੇ ਬਿਮਾਰ ਹੋ ਗਿਆ ਤਾਂ ਐਂਬੂਲੈਂਸ ਨੇ ਘਰੋਂ ਆ ਕੇ ਲੈ ਕੇ ਜਾਣਾ। ਕਾਲ ਕਰੋ ਮਾੜੀ ਜੀ, ਪੁਲਿਸ ਦਾ, ਫਾਇਰ ਦਾ ਤੇ ਡਾਕਟਰ ਦਾ ਇੱਕ ਨੰਬਰ ਆ ਉੱਥੇ। ਪਹਿਲਾਂ ਕਾਲ ਪੁਲਿਸ ਨੂੰ ਜਾਣੀ ਆ। ਪੁਲਿਸ ਨੇ ਤੁਹਾਨੂੰ ਪੁੱਛਣਾ ਵੀ ਕੀ ਹੈ ਪੈਣਾ ਤੁਹਾਨੂੰ। ਤੁਸੀਂ ਬੋਲਣਾ ਜੀ ਸਾਨੂੰ ਮਤਲਬ ਸਾਡਾ ਬੰਦਾ ਬਿਮਾਰ ਆ, ਸੀਰੀਅਸ ਆ। ਉਹਨਾਂ ਨੇ ਐਂਬੂਲੈਂਸ ਉਸੇ ਟਾਈਮ 5 ਮਿੰਟਾਂ ਤੋਂ ਪਹਿਲਾਂ 5 ਮਿੰਟ ਕੀ 2 ਮਿੰਟਾਂ ਤੋਂ ਪਹਿਲਾਂ ਤੁਹਾਡੇ ਘਰ ਅੱਗੇ ਐਂਬੂਲੈਂਸ ਆ ਜਾਣੀ ਆ। ਉੱਥੇ ਇਹ ਸਿਸਟਮ ਹੈ, ਜਿਹੜੇ ਪੁਲਿਸ ਵਾਲਾ ਜਿੱਥੇ ਗਲੀ 'ਚ ਜਾਂਦਾ ਇੱਥੇ ਉਹਨੂੰ ਫੋਨ ਮਿਲ ਜਾਣਾ। ਉਹਨਾਂ ਦਾ ਸਿਸਟਮ ਉੱਥੇ ਨਹੀਂ ਜਾਣਾ, ਦਫ਼ਤਰ 'ਚ ਨਹੀਂ ਫੋਨ ਜਾਣਾ ਹੈਗਾ। ਜਿੱਥੇ ਨੇੜੇ ਆ ਉੱਥੇ ਮਿਲ ਜਾਣਾ, ਤਾਂ ਉਹਨਾਂ ਨੇ ਫੱਟ ਕਾਲ ਕਰ ਦੇਣੀ, ਉਹਨਾਂ ਨੂੰ ਡਾਕਟਰ ਨੂੰ ਕਾਲ ਕਰ ਦੇਣੀ ਹੈ। ਜੇ ਘਰ ਨੂੰ ਅੱਗ ਲੱਗੀ ਫਾਇਰ ਨੂੰ ਕਾਲ ਕਰ ਦੇਣੀ ਹੈ। ਡਾਕਟਰ ਵੀ ਆ ਜਾਣੇ ਆ ਵੀ ਕੋਈ ਬੰਦਾ ਅੱਗ 'ਚ ਪਲੇਟ 'ਚ ਨਾ ਆ ਗਿਆ ਹੋਵੇ ਵੀ ਮਰ ਨਾ ਜਾਵੇ, ਉਹ ਡਾਕਟਰ ਨੇ ਵੀ ਆ ਜਾਣਾ ਤੇ ਪੁਲਿਸ ਵਾਲਿਆਂ ਨੇ ਵੀ ਆ ਜਾਣਾ ਉੱਥੇ, ਫਾਇਰ ਵਾਲਿਆਂ ਨੇ ਵੀ ਆ ਜਾਣਾ। ਸਾਰਿਆਂ ਨੇ ਉੱਥੇ ਇਕੱਠੇ ਹੋ ਜਾਣਾ। ਫਟਾਫਟ ਅੱਗ ਬੁਝਾ ਕੇ ਚੱਲ ਜੀ ਆਪਦਾ ਉਹਨਾਂ ਨੇ। ਮਾਤਾ ਜੀ ਨਾਲ ਗਏ ਸੀ ਫਿਰ? ਹਾਂਜੀ, ਉਹ ਗਏ ਸੀਗੇ, ਬਾਅਦ 'ਚ ਗਏ ਸੀ ਉਹ ਕੁਛ ਟਾਈਮ। ਅੱਛਾ, ਉਹ ਵੈਸੇ ਹੀ ਗਏ ਸੀ ਘੁੰਮਣ ਫਿਰਨ ਜਾਂ ਕੰਮ ਕਾਰ ਕਰਨ ਗਏ? ਨਹੀਂ ਜੀ, ਘੁੰਮਣ ਫਿਰਨ ਗਏ। ਕੰਮ ਤੋਂ ਫਿਰ ਕਹਿੰਦੇ ਸੀਗੇ ਮੈਂ ਕੰਮ ਕਰ ਲਾਂ, ਕੰਮ ਲੈ ਦੇ। ਮੈਂ ਕਿਹਾ ਜੇ ਤੁਸੀਂ ਮੇਰੀ ਕਮਾਈ ਨਾਲ ਰਾਜੀ ਨਹੀਂ ਫਿਰ ਔਖਾ ਕੰਮ ਆ। ਮੈਂ ਕਿਹਾ ਠੀਕ ਨਹੀਂ, ਮੈਂ ਕੰਮ ਨਹੀਂ ਕਰਨ ਦਿੱਤਾ ਜੀ। ਹੁਣ ਦੁਬਾਰੇ ਜੀ ਨਹੀਂ ਕਰਦਾ ਵੀ ਯਾਰ, ਕਿਉਂਕਿ ਆਹ ਉਮਰ ਦੇ ਵਿੱਚ ਜੇ ਅੱਜ ਇੱਥੇ ਹੁਣ ਵੱਡੇ ਬਾਦਲ ਜਾਂ ਵੱਡੇ ਕੈਪਟਨ ਹੋਰੀ ਇਹਨਾਂ ਦੇ ਕੋਈ ਬਿਮਾਰ ਹੁੰਦਾ ਤਾਂ ਇੱਥੇ ਲੋਕ ਅਮਰੀਕਾ ਕੈਨੇਡਾ ਨੂੰ ਭੱਜਦੇ ਨੇ ਕਿ ਤੁਸੀਂ ਜਦੋਂ ਬਿਮਾਰ ਹੋਏ ਉਲਟਾ ਆਪਣੇ ਦੇਸ਼ 'ਚ ਆ ਗਏ। ਉਹ ਫਿਰ ਐਂ ਹੈ ਜੀ, ਫਿਰ ਆਪਦੀ ਜਨਮ ਭੂਮੀ ਤਾਂ ਹੈਗੀ ਆ। ਫਿਰ ਐਂ ਹੋ ਗਿਆ ਨਾ ਵੀ ਜੇ ਸਰੀਰ ਛੱਡਾਂਗੇ ਆਪਦੇ, ਜਾ ਕੇ ਆਪਦੀ ਜਨਮ ਭੂਮੀ 'ਚ ਤਾਂ ਛੱਡਾਂਗੇ। ਮੌਤ ਨੂੰ ਵੀ ਯਾਦ ਰੱਖਣਾ ਚਾਹੀਦਾ ਨਾ। ਜੇ ਮੌਤ ਭੁੱਲ ਗਏ ਤਾਂ ਸਭ ਕੁਝ ਭੁੱਲ ਗਏ, ਫਿਰ ਤਾਂ ਬੰਦੇ ਦੇ ਪੱਲੇ ਕੱਖ ਨਹੀਂ ਹੈਗਾ। ਸਭ ਤੋਂ ਵੱਡੀ ਚੀਜ਼ ਤਾਂ ਬੰਦੇ ਨੂੰ ਮੌਤ 24 ਘੰਟੇ ਯਾਦ ਰੱਖਣੀ ਚਾਹੀਦੀ ਹੈ। ਆਸਾਨ ਪੜ੍ਹਾਈ ਲਿਖਾਈ ਦਾ ਦੌਰ ਕਿਉਂ ਨਹੀਂ ਹੰਡਾਇਆ? ਉਹਨਾਂ ਦੌਰ ਦੇ ਵਿੱਚ ਜੇ ਤੁਸੀਂ 5-7-10 ਪੜ੍ਹੇ ਹੁੰਦੇ ਤਾਂ ਕਦੇ ਸਰਕਾਰੀ ਨੌਕਰੀ ਮਿਲ ਜਾਂਦੀ ਜਾਂ ਹੋਰ ਨਜ਼ਾਰੇ ਲੈਂਦੇ। ਦੇਖੋ ਜੀ, ਗੱਲ ਇਹ ਆ, ਸਾਡੇ ਪੜ੍ਹੇ ਲਿਖੇ ਬਹੁਤ ਫਿਰਦੇ ਇੱਥੇ ਬੱਚੇ। ਤੁਹਾਡੇ ਵਰਗੇ ਮੁੰਡਿਆਂ ਨੇ BA ਕੀਤੀ ਆ, ਉਹ ਬਹੁਤ ਡਬਲ BA ਵੀ ਕੀਤੀ ਹੈ। ਉਹ ਵਿਚਾਰੇ ਧੱਕੇ ਖਾਂਦੇ ਫਿਰਦੇ, ਸਾਨੂੰ ਕਿੱਥੇ ਨੌਕਰੀਆਂ ਮਿਲਣੀਆਂ ਸੀਗੀਆਂ। ਸਾਨੂੰ ਤਾਂ ਵਧੀਆ ਹੋ ਗਿਆ ਜੀ, ਮਹਾਰਾਜ ਨੇ ਸਾਨੂੰ
ਕਮਾਈ ਰੁਜ਼ਗਾਰ ਦਿੱਤਾ, ਉਹਨੇ ਸਾਨੂੰ ਜਿਹੜਾ ਸੀਗਾ ਮਤਲਬ ਹੁਨਰ ਦੇਤਾ ਸਾਨੂੰ। ਬਸ ਅਸੀਂ ਉਹਦੇ ਨਾਲ ਦਾ ਟਾਈਮ ਪਾਸ ਕਰ ਲਿਆ। ਸਾਨੂੰ ਵੀ ਪਤਾ ਲੱਗੇ ਵੀ ਤੁਹਾਡੇ ਹੁਨਰ ਦਾ ਕਮਾਲ ਹੈ। ਤੁਸੀਂ ਕੁਝ ਚੀਜ਼ਾਂ ਅਜਿਹੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਸਾਡਾ ਪਿਛੋਕੜ ਹੈ, ਸਾਡਾ ਸੱਭਿਆਚਾਰ ਹੈ, ਯਾਦ ਦਿਵਾਉਂਦੀਆਂ ਨੇ। ਕੀ ਕੁਝ ਬਣਾਇਆ, ਕੀ ਸਾਂਭਿਆ ਤੁਸੀਂ ਨੇ? ਮੈਂ ਜੀ ਜੋ ਪੁਰਾਣੀ ਚੀਜ਼ ਮੈਂ ਸਾਰੀ ਸਾਂਭ ਕੇ ਰੱਖਦਾ। ਮੇਰੇ ਬੱਚੇ ਕਹਿੰਦੇ ਪਾਪਾ ਕੀ ਕਰਨਾ, ਸਿੱਟ ਪਰੇ ਗਾਰਬੇਜ ਕਰ ਦੇ। ਮੈਂ ਕਹਿਣਾ ਯਾਦਾਂ ਨੇ, ਪੁਰਾਣੀਆਂ ਚੀਜ਼ਾਂ ਤਾਂ ਰੱਖੋ ਸਾਂਭ ਕੇ, ਜ਼ਰੂਰੀ ਰੱਖਣੀਆਂ ਚਾਹੀਦੀਆਂ ਬੰਦੇ ਨੂੰ। ਮੈਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਕੀ ਪਤਾ ਲੱਗੂਗਾ ਵੀ ਕੀ ਚੀਜ਼ਾਂ ਹੈਗੀਆਂ, ਚੀਜ਼ਾਂ ਨਹੀਂ ਸੀ ਹੈਗੀਆਂ। ਜੇ ਅਸੀਂ ਸਾਂਭ ਕੇ ਰੱਖਾਂਗੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੂਗਾ ਵੀ ਚੀਜ਼ਾਂ ਹੈਗੀਆਂ ਨੇ। ਇਹ ਗੱਲ ਹੈ ਨਾ। ਤੇ ਬਾਕੀ ਜੀ ਮੈਨੂੰ ਸ਼ੌਂਕ ਸੀ ਕੰਮ ਦਾ, ਹਰੇਕ ਚੀਜ਼ ਦਾ। ਮੈਂ ਹੁਣ ਰੇਡੀਓ ਵੀ ਬਣਾ ਲੈਣਾ, ਸਾਰਾ ਹੀ ਕੰਮ ਕਰ ਲੈਣਾ। ਮੈਂ ਘੜੀਆਂ ਦਾ ਵੀ ਕੰਮ ਕੀਤਾ ਹੋਇਆ ਜ਼ਿੰਦਗੀ ਦੇ ਵਿੱਚ, ਸਾਰੇ ਹੀ ਕੰਮ ਕੀਤੇ। ਹਲ ਵੀ ਵਾਹਿਆ ਮੈਂ, ਬਹੁਤ ਕੰਮ ਜ਼ਿਆਦਾ ਕੀਤੇ ਆ ਮੈਂ। ਪਲੰਬਰ ਦਾ ਕੰਮ ਮੈਂ ਕਰਦਾ ਰਿਹਾ, ਬਿਜਲੀ ਦਾ ਕੰਮ ਮੈਂ ਕਰਦਾ ਰਿਹਾ, ਕੁੱਲ ਕੰਮ ਜੀ ਮੈਂ ਛੱਡਿਆ ਹੀ ਕੁਛ ਨਹੀਂ। ਇੰਜਣਾਂ ਦਾ ਕੰਮ ਮੈਂ ਕੀਤਾ। ਵਰਕਸ਼ਾਪ ਹਜੇ ਵੀ ਮੇਰੀ ਆ, ਉਹ ਦੇਖੋ ਉੱਥੇ ਅੱਡੇ ਤੇ। ਕਿੱਥੇ? ਅੱਡੇ ਤੇ ਵਰਕਸ਼ਾਪ ਆ ਮੇਰੀ। ਤੁਹਾਡੀ ਆਪਦੀ ਹੈ? ਹਾਂਜੀ। ਉੱਥੇ ਕੌਣ ਬੈਠਦਾ ਫਿਰ? ਉੱਥੇ ਜੀ ਮੈਂ ਮੇਰੇ ਰਿਸ਼ਤੇਦਾਰ ਨੂੰ ਦਿੱਤੀ ਹੋਈ ਹੈ, ਮੇਰੇ ਸਾਲੇ ਨੂੰ ਵਰਕਸ਼ਾਪ ਸਮਾਈ ਹੋਈ ਹੈ। ਠੇਕੇ ਤੇ? ਨਾ ਜੀ ਠੇਕਾ ਕਿਹੜਾ, ਆਪਾਂ ਨਹੀਂ ਕੁਛ ਵੀ ਲੈਂਦੇ ਦਿੰਦੇ। ਬਿੱਲ ਭਰੀ ਆ, ਉਹਦਾ ਕਮਾਈ ਜੋ ਖਾਈ ਜੋ, ਆਪਾਂ ਨੇ ਕੀ ਲੈਣਾ ਬਸ। ਫਿਰ ਕੋਈ ਪਰਮਾਤਮਾ ਨੇ ਦਿੱਤਾ। ਕੀ ਬਾਤ ਹੈ। ਹਾਂਜੀ। ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਘਟਨਾ ਜਿਹੜੀ ਕਦੇ ਵਾਪਰੀ ਹੋਵੇ, ਤੁਹਾਨੂੰ ਹਸਾਉਂਦੀ ਹੋਵੇ, ਜਾਂ ਕੋਈ ਅਜਿਹੀ ਯਾਦ ਹੈ ਜਿਹੜੀ ਕਦੇ ਕਦੇ ਰਵਾ ਦਿੰਦੀ ਹੈ ਵੀ ਯਾਰ ਇਹ ਵੀ ਘਟਨਾ ਕੋਈ ਵਾਪਰੀ ਸੀ? ਦੇਖੋ ਜੀ, ਕੋਈ ਪਰਮਾਤਮਾ ਨੇ ਆਪਣੇ ਹਜੇ ਤੱਕ ਕੋਈ ਘਟਨਾ ਵਾਲੀ ਗੱਲ ਨਹੀਂ ਹੋਈ ਹੈਗੀ। ਖੁਸ਼ੀ ਖੁਸ਼ੀ ਰਹੀ ਆ ਬਸ। ਵਿਆਹ ਕਿਵੇਂ ਹੋਇਆ ਸੀ? ਵਿਆਹ ਦੱਸੋ, ਵਿਆਹ ਨਹੀਂ ਸੁਣਾਓ ਗੱਲ। ਵਿਆਹ ਤਾਂ ਜੀ ਫਿਰ ਉਦੋਂ ਤਾਂ ਕਿਹੜੇ ਵਿਆਹ ਹੁੰਦੇ ਸੀ। ਦੇਖਣ ਗਏ ਸੀ ਮਾਤਾ ਨੂੰ? ਹੈ ਜੀ, ਨਹੀਂ ਜੀ। ਕਾਹਨੂੰ ਦੇਖਣ ਗਏ? ਉਹ ਗੱਲ ਸੁਣਾਓ। ਉਦੋਂ ਵਿਆਹ ਵੀ ਹੋਰ ਤਰੀਕੇ ਨਾਲ ਹੁੰਦੇ ਹੋਣਗੇ। ਉਹ ਤਾਂ ਜੀ ਫਿਰ ਵਿਆਹ ਤਾਂ ਐ ਸੀ ਨਾ, ਵਿਚੋਲਾ ਘਰੇ ਆ ਜਾਂਦਾ, ਨਾ ਕੋਈ ਮੁੰਡਾ ਵੇਖਣ ਜਾਂਦਾ ਸੀ, ਨਾ ਕੁੜੀ ਵੇਖਣ ਜਾਂਦਾ ਸੀ। ਵਿਚੋਲੇ ਦੀ ਕੰਮ ਹੁੰਦਾ ਸੀ ਸਾਰਾ। ਹਾਂਜੀ। ਤੇ ਚੱਲ ਵੀ ਆਪਦਾ ਰਿਸ਼ਤਾ ਕਰ ਜਾਂਦਾ ਮੁੜ ਕੇ। ਅੱਜ ਸੌਦੇ ਹੁੰਦੇ ਨੇ ਪਿੰਡਾਂ ਦੇ ਵਿੱਚ, ਖਾਸ ਕਰਕੇ ਜ਼ਿਮੀਂਦਾਰ ਭਾਈਚਾਰੇ ਦੇ ਵਿੱਚ 5 ਕਿੱਲੇ ਜਾਂ 7 ਕਿੱਲੇ, ਜਿੰਨੇ ਕਿੱਲੇ ਉਨੇ ਹੀ ਲੱਖ ਕੁੜੀ ਵਾਲੇ ਦਿੰਦੇ ਨੇ। ਹਾਂਜੀ ਹਾਂਜੀ। ਤੁਹਾਡੇ ਵੇਲੇ ਵੀ ਸੌਦੇ ਪੱਤੇ ਹੁੰਦੇ ਰਹੇ ਨੇ? ਨਹੀਂ ਨਹੀਂ ਜੀ। ਉਦੋਂ ਕੀ ਰੁਝਾਨ ਸੀਗਾ ਲੋਕਾਂ ਦਾ? ਉਦੋਂ ਕੋਈ ਸੌਦਾ ਨਹੀਂ ਸੀ ਹੁੰਦਾ। ਇਹਦੇ ਕਰਕੇ ਹੀ ਫਿਰ ਕੀ ਹੋਇਆ, ਜਦੋਂ ਵੀ ਕੁੜੀ ਦੇ ਮੁੰਡੇ ਦੇ ਪਰਿਵਾਰ ਸੌਦਾ ਕਰਦੇ ਨੇ ਤਾਂ ਫਿਰ ਜਿਹੜੇ ਵਿਚੋਲੇ ਪਹਿਲਾਂ ਪਿੰਡਾਂ ਦੇ ਵਿੱਚੋਂ, ਆਪਣੇ ਘਰਾਂ ਦੇ ਵਿੱਚੋਂ ਚਾਚੇ ਤਾਏ ਭੂਆ ਮਾਮੇ ਮਾਸੜ ਹਨਾ, ਇਹ ਸਭ ਹੁੰਦੇ ਸੀ। ਅੱਜ ਫਿਰ ਵਿਚੋਲ ਬਣੇ ਵੀ ਸੌਦੇਬਾਜ਼ੀਆਂ। ਨੇਚਰਲੀ ਗੱਲ ਹੈ ਵੀ ਜਦੋਂ ਅਸੀਂ ਲੋਕ ਖੁਦ ਸੌਦੇ ਕਰਦੇ ਹਾਂ ਲੱਖਾਂ ਰੁਪਏ ਦਾ, ਫਿਰ ਉਦੋਂ ਬਾਅਦ ਜਿਹੜੇ ਮੈਰਿਜ ਬਿਊਰੋ ਖੁੱਲੇ ਉੱਥੇ ਵੀ ਸੌਦੇਬਾਜ਼ੀਆਂ ਹੋਣ ਲੱਗ। ਕੀ ਇਹਦਾ ਕੀ ਕਹੋਗੇ ਤੁਸੀਂ ਇਹ ਢਾਂਚੇ ਬਾਰੇ? ਇਹਦਾ ਤਾਂ ਹੈ ਜੀ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ। ਇਹਦੇ ਬਾਰੇ ਤਾਂ ਰੱਬ ਹੀ ਪਰਮਾਤਮਾ ਹੀ। ਤੁਹਾਡੇ ਵੇਲੇ ਕੀ ਸਿਸਟਮ ਸੀ? ਸਾਡੇ ਵੇਲੇ ਤਾਂ ਸਿਸਟਮ, ਤੁਹਾਡੇ ਨਾਲ ਖੁਦ ਬਾਰੇ ਦੱਸੋ, ਤੁਹਾਡੀ ਖੁਦ ਦੀ ਵੀ ਮੈਰਿਜ ਕਿਵੇਂ ਹੋਈ ਸੀ? ਸਾਡੀ ਤਾਂ ਜੀ ਮੈਰਿਜ ਮੇਰਾ ਤਾਂ ਵਿਚੋਲਾ ਘਰੇ ਆਇਆ ਬੈਠਾ, ਮੈਂ ਤਾਂ ਖੇਤ ਕੰਮ ਕਰਦਾ ਸੀ। ਮੇਰਾ ਵਿਚੋਲਾ ਮੇਰਾ ਰਿਸ਼ਤਾ ਲੈ ਕੇ ਆ ਕੇ ਘਰੇ ਬੈਠਾ, ਰੁਪਈਆ ਲੈ ਕੇ, ਇੱਕ ਗੁੜ ਦੀ ਡੜੀ ਲਿਆ ਐਡੀ, 1 ਰੁਪਈਆ ਲਿਆ, ਲਾਲ ਜਿਹੇ ਕੱਪੜੇ 'ਚ ਪਾਇਆ, ਘਰੇ ਬੈਠਾ ਸੀ। ਸ਼ਾਮ ਨੂੰ ਆਏ, ਮੇਰੀ ਭੈਣ ਸੀ ਘਰੇ ਇਕੱਲੀ। ਉਦੋਂ ਅਸੀਂ, ਸਾਡਾ ਦੂਸਰਾ ਪਰਿਵਾਰ ਪਰੋਜ ਵਾਲੇ ਰਹਿੰਦਾ ਸੀ ਧਰਮਕੋਟ ਦੇ ਕੋਲ। ਘਰੇ ਆ ਗਏ, ਇੱਥੇ ਬੈਠਾ, ਕਹਿੰਦਾ ਮੇਰੀ ਭੈਣ ਨੂੰ, ਕਹਿੰਦਾ ਕੁੜੀਏ ਕਿੱਧਰ ਗਏ ਆ? ਮੈਂ ਕਹਿੰਦਾ ਗੁਰਦੀਪ ਦਾ ਸਹਾਰਾ ਲੈ ਕੇ ਆਇਆ, ਰਿਸ਼ਤਾ ਲੈ ਕੇ ਆਇਆ। ਕਹਿੰਦੀ ਚੰਗਾ ਤਾਂ, ਕਹਿੰਦੀ ਬੈਠ ਜਾ, ਕਹਿੰਦੀ ਤਾਇਆ, ਕਹਿੰਦੀ ਇੱਥੇ ਬੈਠ ਗਿਆ। ਜੇ ਸ਼ਾਮ ਨੂੰ ਆਏ, ਕਹਿੰਦਾ ਮੈਂ ਤਾਂ ਰਿਸ਼ਤਾ ਲਿਆ ਗੁਰਦੀਪ ਦਾ, ਤੁਸੀਂ ਖੇਤ ਤੁਰੇ ਫਿਰਦੇ ਹੋ। ਕਹਿੰਦਾ ਮੇਰਾ ਪਿਓ, ਕਹਿੰਦਾ ਸਾਨੂੰ ਕਿਹੜਾ ਤੂੰ ਦੱਸਿਆ? ਇਹੋ ਜਿਹੇ ਸਿਸਟਮ ਸੀ ਉਦੋਂ। ਕਿਹੜੇ ਸੀ ਉਦੋਂ? ਬਸ ਵਿਆਹ ਕੇ ਕਾਹਤੇ ਲਏ ਸੀ? ਵਿਆਹ ਤੇ ਕਾਹਤੇ ਜਾਣਾ ਜੀ? ਇੱਕ ਸਕੂਟਰ ਲੈ ਗਏ ਸੀ, ਇੱਕ ਟਰਾਲੀ ਲੈ ਗਏ ਸੀ, ਬਸ। ਉਦੋਂ ਕਿਹੜੇ ਸਿਸਟਮ ਸੀਗੇ? ਮਾਤਾ ਜੀ ਕਾਹਤੇ ਲੈ ਗਏ? ਟਰਾਲੀ ਤੇ? ਨਾ ਜੀ, ਸਕੂਟਰ ਤੇ ਲਿਆ ਸੀ, 3 ਪਹੀਆਂ ਵਾਲਾ ਸਕੂਟਰ ਨਹੀਂ ਹੁੰਦਾ, ਉਹਦੇ ਤੇ ਆਏ ਸੀ ਅਸੀਂ ਤਾਂ। ਅੱਛਾ। ਬਰਾਤ ਟਰਾਲੀ ਤੇ ਆ ਗਈ ਮਗਰੋਂ। 3 ਪਹੀਆਂ? ਹਾਂਜੀ। ਅੱਛਾ। ਕੀ ਬਾਤ ਹੈ। ਜਿਹੜੀ ਅੱਜ ਦੀ ਜਵਾਨੀ ਬਾਹਰ ਜਾ ਰਹੀ ਹੈ, ਕੀ ਮੰਨਦੇ ਹੋ ਸਾਡੇ ਸਿਸਟਮ ਕਰਕੇ ਹੈ, ਜਾਂ ਉਧਰ ਹੀ ਇਹਨਾਂ ਕੁਝ ਵਧੀਆ ਹੈ ਵੀ ਤਾਂ ਕੀ ਕਹੋਗੇ? ਦੇਖੋ ਜੀ, ਗੱਲ ਇਹ ਆ, ਉਰੇ ਦੀਆਂ ਸਰਕਾਰਾਂ ਮਾੜੀਆਂ। ਉਰੇ ਕੋਈ ਰੁਜ਼ਗਾਰ ਨਹੀਂ ਹੈਗਾ। ਫਿਰ ਉਹਨਾਂ ਨੇ ਤਾਂ ਬਾਹਰ ਹੀ ਜਾਣਾ ਵਿਚਾਰਿਆਂ, ਪੜ੍ਹਾਈ ਕਰਕੇ ਕਿੱਥੇ ਜਾਣ ਦੱਸੋ।
ਜੇ ਇੱਥੇ ਨੌਕਰੀ ਮਿਲੇ ਫਿਰ ਬਾਹਰ ਭੱਜਣ ਦੀ ਕੀ ਲੋੜ ਹੈ? ਕੀ ਲੱਗਦਾ ਤੁਹਾਨੂੰ ਇਹਦੇ ਖਮਿਆਜੇ ਜਿਹੜੇ ਭੁਗਤਣੇ ਪੈਣਗੇ? ਭੁਗਤ ਵੀ ਰਹੇ ਆਪਾਂ। ਦੇਖੋ ਜੀ ਹੁਣ ਇਹ ਤਾਂ ਹੈਗੇ ਹੀ, ਹੁਣ ਸਾਰਿਆਂ ਨੂੰ ਨਹੀਂ ਪਤਾ। ਖਨਾਜਾ ਤਾਂ ਭੁਗਤਣਾ ਹੀ ਪੈਣਾ ਇਹ। ਕਿਉਂ ਬਾਹਰ ਖਨਾਜਾ ਭੁਗਤੇ ਆਪਾਂ? ਦੇਖੋ ਜੀ ਬਾਹਰ ਬੱਚੇ ਨੂੰ ਕੁਝ ਹੋ ਜੇ, ਨਾ ਆਪਾਂ ਨੂੰ ਮਿਲਣਾ ਬੱਚੇ ਨੇ, ਨਾ ਬੱਚਾ ਆਪਾਂ ਨੂੰ ਮਿਲਣਾ, ਸਾਰਾ ਕੁਝ ਜੀ। ਉਰੇ ਤਾਂ ਸਰਕਾਰਾਂ ਦਾ ਚੋਪੀ ਵਾਲੀ ਹੈ ਜੀ, ਮੈਂ ਨਹੀਂ ਕੁਝ ਕਹਿ ਸਕਦਾ ਜੀ। ਮੈਂ ਸੱਚ ਬੋਲੂੰਗਾ ਫਿਰ ਮੇਰੇ ਤੋਂ ਪੂਰਾ ਮੂੰਹ 'ਚ ਨਾ ਬੁਰਾ ਭਲਾ ਟੱਪਾ ਨਿਕਲ ਜੂਗਾ। ਮੈਂ ਬੋਲਣਾ ਨਹੀਂ ਜ਼ਿਆਦਾ ਚਾਹੁੰਦਾ ਇਹਨਾਂ ਸਰਕਾਰਾਂ ਬਾਰੇ। ਬਾਦਲ, ਸੁਖਬੀਰ ਬਾਦਲ ਪੁੱਛਾ ਮਾਰਦਾ ਫਿਰਦਾ ਬਘਿਆੜ ਬਿੱਲੇ ਵਾਂਗੂ। ਉਹਨੂੰ ਐਂ ਦੱਸ ਦੇਵੇ ਪਹਿਲਾਂ ਉਹਨਾਂ ਦੇ ਆਗੂ ਜਾ ਕੇ, ਚਾਹੇ ਸੁਖਬੀਰ ਬਾਦਲ ਹੀ ਦੱਸਦੇ ਸਾਡੀ ਬਲਾਡੇ ਵਾਲੀ ਮਿੱਲ ਕਿੱਥੇ ਆ। ਖਾ ਕੇ ਡਕਾਰ ਵੀ ਨਹੀਂ ਮਾਰਿਆ ਉਸਨੇ। 500 ਰੁਪਈਆ ਜ਼ਿਮੀਂਦਾਰਾਂ ਤੋਂ ਬੌਂਡ ਭਰਾ ਕੇ ਜ਼ਮੀਨ ਲਈ ਸੀ ਉਹਨਾਂ ਟਾਈਮਾਂ ਦੇ ਵਿੱਚ। ਹਜੇ ਵੀ ਬੰਦੇ ਹੈਗੇ ਆ ਜਿਨ੍ਹਾਂ ਨੂੰ ਪਤਾ ਵੀ ਇਹ ਬੌਂਡ ਭਰ ਕੇ ਜ਼ਮੀਨ ਲਈ ਆ। ਜੇ ਅੱਜ ਮਿੱਲ ਚੱਲਦੀ ਹੁੰਦੀ ਸਾਡੇ ਲੋਕ ਹੋਰ ਖੇਤੀ ਕਰਦੇ, ਗੰਨਾ ਬੀਜਦੇ, ਮਿੱਲ 'ਚ ਗੰਨਾ ਸਿੱਟਦੇ। ਕਹਿੰਦੇ ਜੀਰੀ ਨਾ ਬੀਜੋ, ਝੋਨਾ ਨਾ ਬੀਜੋ, ਕਣਕ ਨਾ ਬੀਜੋ, ਬੀਜਣ ਕੀ ਦੱਸੋ। ਜੇ ਮਿੱਲ ਚੱਲਦੀ ਹੁੰਦੀ 2-2 4-4 ਕਿੱਲੇ ਗੰਨਾ ਬੀਜਦੇ। ਸਿਆਲ 'ਚ ਲੋਕ ਲਾਲਚ ਲੱਗੇ ਰਹਿੰਦੇ, ਮੁੰਡੇ ਨਸ਼ਾ ਪੱਤਿਆਂ ਤੋਂ ਰਹਿਤ ਹੁੰਦੇ, ਕਿਉਂ ਕੰਮ ਲੱਗਦੇ। ਹਾਂਜੀ ਹਾਂਜੀ। ਹੁਣ ਜੇ ਵਿਹਲੇ ਨੇ, ਵਿਹਲੇ ਕਰਨ ਕੀ ਦੱਸੋ। ਨਾ ਸਰਕਾਰਾਂ ਨੌਕਰੀਆਂ ਦਿੰਦੀਆਂ। ਜੇ ਸਰਕਾਰ ਨੌਕਰੀ ਦੇਵੇ ਤਾਂ ਭਾਈ ਉਧਰ ਲਾਲਚ ਲੱਗ ਜਾਂਦਾ, ਬੰਦਾ ਆਪਦੀ ਡਿਊਟੀ ਤੇ ਜਾਂਦਾ, ਹੋਰ ਜਾਂਦਾ ਤੇ ਵੀ ਚੱਲ ਲਾਲਚ ਲੱਗਾ ਰਹਿੰਦਾ। ਹੁਣ ਕੰਮ ਤਾਂ ਕੋਈ ਨਹੀਂ, ਮੁੰਡਿਆਂ ਨੂੰ ਹੁਣ ਨਸ਼ੇ ਰਹਿ ਗਏ, ਹੋਰ ਤਾਂ ਕੁਛ ਹੈ ਨਹੀਂ ਬਸ। ਤੁਹਾਡਾ ਜਨਮ ਤਾਂ ਇੱਧਰ ਦਾ ਹੈ, ਆਪਣੇ ਦੇਸ਼ ਦਾ। ਹਾਂਜੀ। ਕਿ ਤੁਹਾਡੇ ਪਰਿਵਾਰ ਸੁਣਿਆ ਵੀ ਜਿਹੜਾ ਪਾਕਿਸਤਾਨ ਦੇ ਵਿੱਚੋਂ ਵੰਡ ਵੇਲੇ ਇੱਧਰ ਆਇਆ। ਹਾਂਜੀ। ਇਹ ਕੀ ਪਰਿਵਾਰ ਦਾ ਪਿਛੋਕੜ ਬਾਰੇ ਦੱਸੋ ਥੋੜ੍ਹਾ ਜਿਹਾ, ਵੀ ਤੁਹਾਡੇ ਮਾਤਾ ਪਿਤਾ ਵੱਡੇ ਵਡੇਰੇ। ਹਾਂਜੀ। ਉਸ ਬਾਰੇ ਥੋੜ੍ਹਾ ਚਾਨਣਾ ਪਾਓ। ਐ ਜੀ ਹੁਣ ਮੈਨੂੰ ਤਾਂ ਜ਼ਿਆਦਾ ਪਤਾ ਨਹੀਂ ਹੈਗਾ, ਕਿਉਂ ਮੇਰਾ ਜਨਮ ਇੱਧਰ ਦਾ। ਪਰ ਮੇਰੀ ਮਾਤਾ ਜੀ ਦੱਸਦੇ ਹੁੰਦੇ ਸੀ, ਕਹਿੰਦੀ ਜਦੋਂ ਅਸੀਂ ਪਾਕਿਸਤਾਨ 'ਚ ਜਾੜੇ ਪਏ ਨਾ, ਕੁਛ ਨਹੀਂ ਲੈ ਕੇ ਆਏ, ਖਾਲੀ ਹੱਥੀਂ ਆਏ। ਮੇਰੀ ਮਾਤਾ ਜੀ ਦੱਸਦੀ ਹੁੰਦੀ ਸੀ, ਕਹਿੰਦੀ ਮੈਂ ਰੋਟੀਆਂ ਪਕਾ ਕੇ ਤੰਦੂਰ ਤੇ ਲਿਆਈ, ਸਾਰੇ ਟੱਬਰ ਦੀਆਂ ਰੋਟੀਆਂ ਵੀ ਨਹੀਂ ਚੱਕੀਆਂ, ਜਿਹੜੀਆਂ ਖਾਣੀਆਂ ਸੀ ਉਹ ਵੀ ਛੱਡ ਕੇ ਭੱਜ ਆਏ ਉੱਥੋਂ। ਸਾਡਾ ਇੱਕ ਪਰਿਵਾਰ ਸਾਰਾ ਹੀ ਮੁਸਲਮਾਨਾਂ ਨੇ ਮਾਰਤਾ ਸੀ, ਇੱਕ ਮੇਰੇ ਤਾਏ ਦਾ ਮੁੰਡਾ ਬਚਿਆ ਸੀ ਸਿਰਫ ਬਸ ਸਾਡੇ ਪਰਿਵਾਰ 'ਚੋਂ। ਮੇਰੇ ਜਿਹੜੇ ਦਾਦੇ ਹੁਣੀ ਨਾ, ਉਹਨਾਂ ਦੇ ਮਤਲਬ ਜਿਹੜਾ ਭਰਾ ਸੀਗਾ ਉਹਦਾ ਟੱਬਰ ਸਾਰਾ ਹੀ ਮਾਰਤਾ ਸੀ ਉਧਰ ਪਾਕਿਸਤਾਨ ਦੇ ਵਿੱਚ। ਹਾਂਜੀ, ਜੋ ਰੌਲੇ ਵੇਲੇ ਇੱਧਰ ਨੂੰ ਤੁਰੇ ਆਉਂਦੇ ਸੀ, ਮੁਸਲਮਾਨ ਪੈ ਗਏ, ਉਹ ਭੱਜ ਕੇ ਇੱਕ ਕੋਈ ਸਾਧ ਸੀ, ਸਾਧ ਕੋਲ ਚਲਿਆ ਗਿਆ, ਉਹ ਬਚ ਗਿਆ। ਉਹ ਫਿਰ ਵਿਚਾਰਾ ਉਹਨੇ ਅੱਖੀਂ ਸੀਨ ਜਦੋਂ ਆ ਜਾਂਦਾ, ਉਹ ਫਿਰ ਕਮਲ ਮਾਰਨ ਲੱਗ ਜਾਂਦਾ, ਮਾਂ ਪਿਓ ਮਰਦਾ ਦੇਖ ਕੇ। ਤੇ ਉਹ ਵੀ ਵਿਚਾਰਾ ਹੁਣ ਚੜਾਈ ਚੜੂਈ ਕਰ ਗਿਆ। ਬਸ ਜੀ ਇਹੋ ਜਿਹੀ ਤਾਂ ਹਾਲਤਾਂ ਹੋਈਆਂ, ਬੁਰੇ ਹਾਲ ਹੋ ਗਏ। ਫਿਰ ਇੱਥੇ ਕੁਛ ਪੱਲੇ ਹੈ ਨਹੀਂ ਸੀ। ਆ ਕੇ ਜੋ ਕੁਛ ਵੀ ਆ ਹੁਣ ਬਣਾਇਆ, ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਸਾਡੇ ਲੋਕਾਂ ਨੇ ਜਿਹੜੀਆਂ ਜ਼ਮੀਨਾਂ ਸੀ ਉੱਧਰੋਂ ਇੱਧਰ ਅਲਾਟਮੈਂਟ ਹੋ ਗਈਆਂ। ਬਾਕੀ ਜੀ ਜੋ ਸਮਾਨ ਪੱਤਾ ਘਰ ਦਾ ਸੋ ਜਿਹੜਾ ਵੀ ਹੈਗਾ ਸੀ ਸਭ ਕਮਾਈ ਕਰਕੇ ਬਣਵਾਇਆ, ਕਿਸੇ ਨੇ ਠੱਗੀ ਮਾਰ ਕੇ ਨਹੀਂ ਕਿਸੇ ਨੇ ਵੀ ਬਣਾਇਆ ਸਾਡੇ ਬੰਦਿਆਂ ਨੇ ਜੀ। ਹਾਂਜੀ, ਜਿੰਨੇ ਵੀ ਪਾਕਿਸਤਾਨ 'ਚ ਲੋਕ ਆਏ ਆ ਹੱਕ ਦੀ ਕਮਾਈ ਕਰਦੇ ਰਹੇ ਆ ਜੀ। ਹਾਂ, ਤੁਸੀਂ ਸੁਣਿਆ ਬਾਬੇ ਗੁਰਦੀਪ ਸਿੰਘ ਨੂੰ, ਜ਼ਿੰਦਗੀ ਦੀ ਬਹੁਤ ਖੂਬਸੂਰਤ ਉਦਾਹਰਨ, ਜਿਸ ਨੇ ਅੱਜ ਵੀ 72-73 ਸਾਲ ਦੀ ਉਮਰ ਦੇ ਵਿੱਚ, ਆਮ ਤੌਰ 'ਤੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ, ਕਹਿੰਦੇ ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਤੁਹਾਡੀ ਦੇਹ ਹਰਾਮੀ ਹੁੰਦੀ ਹੈ। ਦੇਹ ਹਰਾਮੀ ਆਪਣੀ ਕਿਰਤ ਨੂੰ ਆਪਣੀ ਜ਼ਿੰਦਗੀ ਦਾ ਧੁਰਾ ਬਣਾਇਆ ਹੋਇਆ। ਗਿਲੇ ਸ਼ਿਕਵੇ ਨੇ ਸਮੇਂ ਦੀਆਂ ਸਰਕਾਰਾਂ ਨਾਲ, ਤੁਹਾਡੇ ਵੀ ਨੇ, ਸਾਡੇ ਵੀ ਨੇ, ਇਹਨਾਂ ਦੇ ਵੀ ਨੇ। ਸਾਡੇ ਜਿਹੜੀ ਜਵਾਨੀ ਹੈ ਤੁਸੀਂ ਦੇਖ ਰਹੇ ਹੋ ਕਿ ਵਿਦੇਸ਼ਾਂ ਵਿੱਚ ਭੱਜ ਰਹੀ ਹੈ। ਇੰਡੀਆ ਦਾ ਟੈਲੈਂਟ ਬਾਹਰ ਜਾ ਕੇ ਦੂਜੇ ਦੇਸ਼ਾਂ ਨੂੰ ਤਰੱਕੀ ਦੇ ਰਿਹਾ। ਅਸੀਂ ਕਹਿੰਦੇ ਹਾਂ ਕਿ ਸਾਰੇ ਦੇਸ਼ ਤਰੱਕੀ ਕਰਨ, ਪਰ ਸਾਡੇ ਸਿਸਟਮ, ਸਾਡੀਆਂ ਸਰਕਾਰਾਂ ਨੇ ਸਾਨੂੰ ਇੰਨੇ ਨਿਕੰਮੇ, ਸਾਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ ਹੈ। ਹੋਰ ਬਹੁਤ ਸਾਰੇ ਸ਼ਿਕਵੇ ਤੁਸੀਂ ਸੁਣੇ ਨੇ ਬਾਬੇ ਤੋਂ।